नमस्कार, वैलकम टू दिल ਦੀਆਂ ਗੱਲਾਂ। ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ। ਇੱਕ ਵਾਰੀ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਮਾਈਂਡਫੁਲ ਮੰਡੇ ਵਿੱਚ। ਤੁਹਾਨੂੰ ਯਾਦ ਕਰਾਉਣਾ ਚਾਹੂੰਗਾ, ਅਸੀਂ ਪਿਛਲੇ ਹਫਤੇ ਗੱਲ ਕੀਤੀ ਸੀ ਰਿਲੇਸ਼ਨਸ਼ਿਪ ਕਨਫਲਿਕਟ। ਜੇ ਤੁਹਾਨੂੰ ਯਾਦ ਨਹੀਂ ਹੋਇਆ ਤਾਂ ਇੱਕ ਦੁਬਾਰਾ ਵੀਡੀਓ ਦੇਖ ਸਕਦੇ ਹੋ ਤੁਸੀਂ ਸਾਡਾ। ਅਸੀਂ ਬਹੁਤ ਡਿਟੇਲ ਵਿੱਚ ਗੱਲ ਕੀਤੀ ਸੀ ਰਿਲੇਸ਼ਨਸ਼ਿਪ ਕਨਫਲਿਕਟ, ਜਿਨ੍ਹਾਂ ਵਿੱਚ ਦੋਨੋਂ ਪਾਰਟੀਆਂ ਗੱਲ ਨਹੀਂ ਸੁਲਝਾਉਣਾ ਚਾਹੁੰਦੀਆਂ ਤੇ ਉਹ ਕਿਵੇਂ ਕਿਸੇ ਦੀ ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ। ਤੇ ਆਪਾਂ ਇੱਕ ਨੈਤਿਕ ਜ਼ਿੰਮੇਵਾਰੀ ਦੀ ਵੀ ਗੱਲ ਕੀਤੀ ਸੀ ਵੀ ਜੇ ਆਪਾਂ ਕਿਸੇ ਰਿਸ਼ਤੇ ਤੋਂ ਹਟਾਂਗੇ ਨਾ, ਆਪਾਂ ਦੱਸ ਕੇ ਹਟਾਂਗੇ ਵੀ ਤੇਰੇ ਤੋਂ ਦੂਰ ਕਿਉਂ ਹੋ ਰਿਹਾ, ਤਾਂ ਕਿ ਆਪਾਂ ਕਿਸੇ ਨੂੰ ਡਿਪਰੈਸ਼ਨ ਜਾਣ ਤੋਂ ਬਚਾ ਸਕੀਏ। ਪਰ ਅੱਜ ਅਸੀਂ ਗੱਲ ਕਰਾਂਗੇ ਬਹੁਤ ਇੰਪੋਰਟੈਂਟ, ਜੇ ਕਨਫਲਿਕਟ ਹੈਗਾ ਤੇ ਦੋਨੋਂ ਪਾਰਟੀਆਂ ਚਾਹੁੰਦੀਆਂ ਵੀ ਇਹਦਾ ਰੈਜ਼ੋਲੂਸ਼ਨ ਕੀਤਾ ਜਾਵੇ, ਉਹ ਇੱਕ ਪ੍ਰੋਫੈਸ਼ਨਲ ਰਮਨ ਗਿੱਲ ਜੀ ਦੱਸਣਗੇ ਉਹਦਾ ਕੀ ਹੱਲ ਨਿਕਲ ਸਕਦਾ ਹੈ। ਰਮਨ ਜੀ ਮਾੜਾ ਜਿਹਾ ਚਾਨਣ ਪਾਓ ਵੀ ਅਗਰ ਮੈਂ ਕਿਸੇ ਨਾਲ ਕਨਫਲਿਕਟ 'ਚ ਹੈਗਾ, ਉਹਨੂੰ ਸੁਲਝਾਉਣਾ ਚਾਹੁੰਦਾ, ਦੂਜਾ ਪਾਰਟੀ ਹੈ, ਮੁੰਡਾ ਜਾਂ ਕੁੜੀ ਹੈ, ਸੇਮ ਜੈਂਡਰ ਆਪੋਜ਼ਿਟ, ਉਹ ਵੀ ਰਾਜੀ ਹੈ, ਤਾਂ ਕਿਵੇਂ ਇਹਨੂੰ ਸੁਲਝਾ ਸਕਦੇ ਹਾਂ? ਓਕੇ, ਸੋ ਪਹਿਲੀ ਚੀਜ਼ ਅਸੀਂ ਇਹ ਹੈਗੀ ਆ ਕਿ ਆਪਾਂ ਪਹਿਲਾਂ ਤੋਂ ਪਹਿਲਾਂ ਆਪਣੀ ਮਾਨਸਿਕ ਸਿਹਤ ਨੂੰ ਦੇਖੀਏ, ਉਹਨੂੰ ਪਰਖੀਏ ਕਿ ਕੀ ਮੈਂ ਇਸ ਰੈਜ਼ੋਲੂਸ਼ਨ ਲਈ ਤਿਆਰ ਹਾਂ। ਐਂਡ ਆਪਣੀ ਜਿਹੜੀ ਓਪਨਨੈਸ ਆ, ਸੋ ਜਿਹੜੀ ਸੋਚਾਂ ਆ, ਕੀ ਉਹ ਜੇ ਮੋਰਲੇ ਬੰਦੇ ਦੀ ਸੋਚ ਮੇਰੇ ਨਾਲੋਂ ਅਲੱਗ ਆ, ਕੀ ਮੈਂ ਉਸ ਚੀਜ਼ ਨੂੰ ਸੁਣ ਲੈ ਤਾਂ ਸਮਝਣ ਲਈ ਤਿਆਰ ਆ। ਕਈ ਵਾਰੀ ਜਿਹੜਾ ਕੌਨਫਲਿਕਟ ਹੋ ਜਾਂਦਾ ਰਿਸ਼ਤਿਆਂ 'ਚ ਹੋ ਜਾਂਦਾ, ਉਹ ਜਦੋਂ ਸਾਡੇ ਰਿਲੇਸ਼ਨਸ਼ਿਪ ਸਾਡੇ ਕਲੋਜ਼ ਹੁੰਦਾ ਆ, ਸਾਡਾ ਆਦੀ ਹੁੰਦਾ ਆ ਜਾਂ ਕੰਮ ਤੇ ਹੁੰਦਾ ਸੀ, ਉਹ ਜਿਹੜੀ ਟੈਨਸ਼ਨ ਹੋ ਜਾਂਦੀ ਸਾਡੇ ਵਿਚਾਲੇ, ਅਸੀਂ ਉਹਨੂੰ ਦੂਰ ਕਰਨਾ ਚਾਹੁੰਦੇ ਆ ਰਾਈਟ ਅਵੇ, ਪਰ ਆਪਾਂ ਤਿਆਰ ਨਹੀਂ ਹੁੰਦੇ ਨਾਟ ਗੱਲ ਕਰਨ ਨੂੰ, ਪਰ ਆਪਾਂ ਸਮਝਣ ਨੂੰ ਤਿਆਰ ਨਹੀਂ ਹੁੰਦੇ ਆ। ਸੋ ਰਿਲੇਸ਼ਨਸ਼ਿਪ ਕੌਨਫਲਿਕਟ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕਿ ਕੀ ਮੈਂ ਤਿਆਰ ਹਾਂ ਦੂਜੇ ਬੰਦੇ ਦੀ ਗੱਲਾਂ ਨੂੰ, ਉਹਦੇ ਸਿਚੁਏਸ਼ਨ ਨੂੰ, ਉਹਦੇ ਬਿਲੀਫਸ ਨੂੰ ਸਮਝਣ ਲਈ, ਨਾਟ ਕਿ ਕੀ ਮੈਂ ਤਿਆਰ ਹਾਂ ਆਪਣੀਆਂ ਗੱਲਾਂ ਸਮਝਾਉਣ ਨੂੰ। ਬਹੁਤ ਵੱਡੀ ਗੱਲ ਰਮਨ ਜੀ, ਯਾਨੀ ਕਿ ਕੱਲਾ ਇਹ ਨਹੀਂ ਵੀ ਮੈਂ ਬੋਲੂੰਗਾ, ਤੁਹਾਨੂੰ ਸੁਣਨੀ ਵੀ ਪੈਣੀ ਹੈ ਤੇ ਸਮਝਣੀ ਵੀ ਪੈਣੀ ਹੈ। ਮੋਸਟ ਇੰਪੋਰਟੈਂਟ ਸਮਝਣੀ, ਕਿ ਮੈਂ ਉਸ ਸੋਚਣੀ ਨਾ, ਉਸ ਦਿਲ ਨਾ, ਉਸ ਪੂਰੀ ਸਿਹਤ ਨਾਲ ਉਸ ਚੀਜ਼ ਨਾਲ ਆ ਰਿਹਾ ਕਿ ਮੈਂ ਇਸ ਬੰਦੇ ਦੀ ਜਿਹੜਾ ਪੋਜੀਸ਼ਨ ਹੈ ਇਸ ਬੰਦੇ ਦਾ, ਉਹਨੂੰ ਮੈਂ ਪੂਰਾ ਸਮਝਾਂ। ਪਹਿਲਾਂ ਆਪਣੀ ਗੱਲ ਕਰਨ ਤੋਂ ਪਹਿਲਾਂ ਮੈਂ ਉਹਨੂੰ ਸਮਝਾਂ ਕਿ ਇਹਨੇ ਜੋ ਹੋਇਆ ਉਹਦੀ ਕੀ ਹੈ, ਇਸ ਬਾਰੇ ਸੋਚਣੀ, ਉਹਦੀ ਫੀਲਿੰਗ ਕੀ ਆ, ਉਹਦੇ ਪਿੱਛੇ ਕੀ ਆ। ਜੇ ਮੈਂ ਸਮਝਣ ਨੂੰ ਨਹੀਂ ਤਿਆਰ ਹੈ ਤਾਂ ਫਿਰ ਮੈਂ ਰੈਜ਼ੋਲੂਸ਼ਨ ਲਈ ਵੀ ਨਹੀਂ ਤਿਆਰ, ਫਿਰ ਤਾਂ ਹਜੇ ਅੰਦਰ ਤਾਂ ਮੇਰੇ ਕੌਨਫਲਿਕਟ ਚੱਲ ਰਿਹਾ। ਸੋ ਪਹਿਲਾਂ ਜਿਹੜਾ ਅੰਦਰਲਾ ਕੌਨਫਲਿਕਟ ਹੈ ਪਹਿਲਾਂ ਉਹਨੂੰ ਰਿਜ਼ੋਲਵ ਕਰੋ, ਯਾਨੀ ਕਿ ਪਹਿਲੇ ਆਪਦੇ ਆਪ ਨੂੰ ਤਿਆਰ ਕਰੋ ਯੈਸ ਵੀ ਕੀ ਮੈਂ ਇਹਨੂੰ ਸੁਲਝਾਉਣਾ ਚਾਹੁੰਦਾ, ਵਰਨਾ ਫਿਰ ਤੁਸੀਂ ਪਿਛਲੀ ਵੀਕ ਦੀ ਵੀਡੀਓ ਤੇ ਚਲੇ ਜਾਓ ਜਿੰਨੇ ਤੁਸੀਂ ਸੁਲਝਾਉਣਾ ਨਹੀਂ ਚਾਹੁੰਦੇ। ਜੇ ਨਹੀਂ ਸੁਲਝਾਉਣਾ ਚਾਹੁੰਦੇ ਤਾਂ ਤੁਹਾਡੀ ਨੈਤਿਕ ਜ਼ਿੰਮੇਵਾਰੀ ਹੈ ਉਹਨੂੰ ਕਾਰਨ ਦੱਸ ਦਿਓ, ਸੁਲਝਾਓ ਨਹੀਂ ਤੇ ਉੱਥੋਂ ਤੁਰ ਪਓ। ਲੇਕਿਨ ਅੱਜ ਰਮਨ ਜੀ ਗੱਲ ਕਰ ਰਹੇ ਹਾਂ, ਜੇ ਤੁਸੀਂ ਸੁਲਝਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲੇ ਅੰਦਰ ਝਾਤੀ ਮਾਰਨੀ ਪਊਗੀ ਵੀ ਕੀ ਮੈਂ ਤਿਆਰ ਹਾਂ ਗੱਲ ਸੁਣਨ ਵਾਸਤੇ, ਸਮਝਣ ਵਾਸਤੇ। ਹੋ ਸਕਦਾ ਦੋ ਗਲਤੀਆਂ ਮੇਰੀਆਂ ਵੀ ਹੋਣ ਕਿ ਮੈਂ ਗਲਤੀ ਮੰਨਣ ਜੋਗਾ ਹੈਗਾ, ਜੇ ਇਸ ਵਾਸਤੇ ਹੈਗੇ ਹੋ ਤਾਂ ਸ਼ਾਇਦ ਰੈਜ਼ੋਲੂਸ਼ਨ ਹੋ ਸਕਦਾ ਹੈ। ਯੈਸ, ਮੈਂ ਇੱਕ ਉਦਾਹਰਨ ਦੇਣਾ, ਇੱਕ ਮੇਰੇ ਜਾਣਕਾਰ ਸੀਗੇ ਜਿਹਨੇ ਮੈਨੂੰ ਟਿਕਟੋਕ ਤੇ ਮੈਸੇਜ ਪਾਇਆ, ਕਹਿੰਦਾ ਜੀ ਮੇਰੀ ਇੱਕ ਕੁੜੀ ਭੈਣ ਬਣੀ ਹੋਈ ਸੀਗੀ, ਠੀਕ ਹੈ ਜੀ, ਆਲ ਆਫ ਸਡਨ ਉਹ ਬੜੀ ਹੋਸਟਾਈਲ ਮੇਰੇ ਨਾਲ ਵਿਵਹਾਰ ਕਰਨ ਲੱਗ ਗਈ ਤੇ ਮੈਂ ਮੇਰੇ ਭਾਜੀ ਕੋਲ ਪਹੁੰਚਿਆ ਤੇ ਮੈਂ ਉਹਨੂੰ ਕਿਹਾ ਵੀ ਮੇਰੇ ਚੱਜ ਨਾਲ ਗੱਲ ਨਹੀਂ ਕਰਦੀ ਪਈ, ਤੇ ਮੇਰੇ ਭਾਜੀ ਨੇ ਉਹਨੂੰ ਪੁੱਛਿਆ ਵੀ ਗੱਲ ਸੁਣ ਵੀ ਕੀ ਗੱਲ ਹੋ ਗਈ ਤੇਰੀ, ਤੂੰ ਅੱਜ ਨਫ਼ਰਤ ਕਰਦੀ ਵੀ ਇਹਨਾਂ ਨਾਲ, ਤੇਰੀ ਗੱਲ 'ਚ ਬਹੁਤ ਦੁਸ਼ਮਣੀ ਝਲਕਦੀ ਹੈ। ਤਾਂ ਉਹਨੇ ਇੱਕ ਐਕਸਕਿਊਜ਼ ਦਿੱਤਾ ਜਿਹਦਾ ਨਾ ਕੋਈ ਸਿਰ ਸੀ ਨਾ ਕੋਈ ਪੈਰ ਸੀ, ਜਮਾ ਵਾਲਾ ਦਾ। ਉਹਨੇ ਕੋਈ ਇਹ ਰਿਸ਼ਤਾ ਕੀ ਹੈਗਾ, ਭੈਣ ਭਰਾ ਤੇ ਭਾਜੀ, ਠੀਕ ਹੈ। ਹੁਣ ਉਹ ਕੁੜੀ ਨੂੰ ਉਹਦੇ ਹਸਬੈਂਡ ਨੇ ਪੁੱਛਿਆ ਵੀ 4 ਸਾਲ 5 ਸਾਲ ਮੈਂ ਤੁਹਾਨੂੰ ਦੋਨੋਂ ਜਾਣਦਾ, ਵੀ ਤੂੰ ਆਦੇ ਭਾਜੀ ਦੀ ਇੰਨਾ ਗੁਣਗਾਨ ਗਾਉਂਦੀ ਵੀ ਮੇਰਾ ਭਰਾ ਹੈ ਤੇ ਇਹ ਤੇਰਾ ਭਰਾ ਵੀ 24 ਘੰਟੇ ਤੇਰੇ ਲਈ ਖੜਾ ਸੀਗਾ, ਅੱਜ ਆਲ ਆਫ ਸਡਨ ਤੂੰ ਪਲਟੀ ਕਰ ਗਈ ਹੈ ਕਿਸੇ ਹੋਰ ਦੀ ਸੁਣੀ ਗੱਲ ਦੇ ਉੱਤੇ ਆ ਕੇ, ਤੇ ਇਹਨਾਂ ਨਾਲ ਤੂੰ ਰਿਲੇਸ਼ਨਸ਼ਿਪ ਖਰਾਬ ਕਰ ਰਹੀ ਹੈ। ਲੇਕਿਨ ਉਹ ਕੁੜੀ ਪੱਕੀ ਸੀ ਥਾਂ ਤੇ, ਉਹਨੇ ਉਹਦੀ ਪਿੱਠ 'ਚ ਚਾਕੂ ਮਾਰ ਕੇ ਉਹਨੂੰ ਮਾੜਾ ਕਰਤਾ। ਹੁਣ ਇਸ ਕੁੜੀ ਨਾਲ ਮੈਂ ਗੱਲ ਕੀਤੀ ਵੀ ਇਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂ, ਮੈਂ ਆਪ ਕੋਸ਼ਿਸ਼ ਕੀਤੀ, ਐਕਸਪਰਟ ਬੰਦਾ ਸੀ ਰਮਨ ਜੀ, ਬਣ ਨਹੀਂ ਪਾਇਆ, ਫੇਲ ਹੋਇਆ ਮੈਂ ਮਿਜ਼ਰਬਲੀ। ਪਤਾ ਕਿਉਂ? ਉਹ ਸੁਲਝਾਉਣਾ ਚਾਹੁੰਦੇ ਨਹੀਂ ਸੀਗੇ, ਉਹਨਾਂ ਦੇ ਅੰਦਰ ਝਾਤੀ ਮਾਰੀ ਨਹੀਂ। ਦੋ ਚੀਜ਼ਾਂ ਤਾਂ ਪੱਕੀਆਂ ਸੀਗੀਆਂ ਵੀ ਉਹ ਜਿਹੜਾ ਮੁੰਡੇ ਨੂੰ ਟਿਕਟੋਕ ਤੇ ਮੈਸੇਜ ਪਾਇਆ ਸੀਗਾ, ਉਹ ਕਹਿੰਦੀ ਹੈ ਵੀ ਮੇਰੇ ਭਰਾ ਵਾਂਗੂ ਸੀਗਾ 3 ਸਾਲ, ਕਦੇ ਮਾੜਾ ਨਹੀਂ ਕੀਤਾ, ਲੇਕਿਨ ਹੁਣ ਮਾੜਾ ਕਿਉਂ ਹੋ ਗਿਆ ਇਹ ਦੱਸਣਾ ਨਹੀਂ ਚਾਹੁੰਦੇ।
ਸੋ ਇਨ ਦੈਟ ਸੈਂਸ ਤੁਸੀਂ ਕਹਿ ਰਹੇ ਆ ਕਿ ਉਸ ਬੰਦੇ ਨੇ ਆਪਣੇ ਆਪ 'ਚ ਨਹੀਂ ਦੇਖਿਆ ਜਾਂ ਉਹ ਰੈਜ਼ੋਲੂਸ਼ਨ ਨਹੀਂ ਚਾਹੁੰਦੇ ਸੀ। ਨੋ, ਨਹੀਂ ਚਾਹੁੰਦੇ। ਸੋ ਇੱਕ ਹੋਰ ਵੀ ਗੱਲ ਆ, ਜਦੋਂ ਆਪਾਂ ਕਹਿੰਦੇ ਕਿ ਉਹ ਡਿਜ਼ਾਇਰ ਹੈਗਾ ਦੂਜੇ ਬੰਦੇ ਨੂੰ ਸਮਝਣ ਲਈ, ਇੱਕ ਹੋਰ ਚੀਜ਼ ਉਹਦੇ ਨਾਲ ਆਉਂਦੀ ਆ ਕਿ ਜਿਹੜੇ ਅਸੀਂ ਰੈਜ਼ੋਲੂਸ਼ਨ ਦੀ ਗੱਲ ਕਰਦੇ ਆ, ਕੌਨਫਲਿਕਟ ਨੂੰ ਰਿਜ਼ੋਲਵ ਕਰਨ ਦੀ ਗੱਲ ਕਰ ਰਹੇ ਆ, ਜਿਹੜਾ ਰੈਜ਼ੋਲੂਸ਼ਨ ਦਾ ਡੈਫੀਨੇਸ਼ਨ ਆ, ਹਾਂਜੀ, ਸ਼ਾਇਦ ਮੇਰਾ ਅਲੱਗ ਆ, ਸ਼ਾਇਦ ਤੁਹਾਡਾ ਅਲੱਗ ਆ। ਬਿਲਕੁਲ ਸਹੀ ਕਹਿ ਰਹੇ ਹੋ। ਐਂਡ ਉਸ ਚੀਜ਼ ਨੂੰ ਵੀ ਸਮਝਣ ਲਈ ਪਹਿਲਾਂ ਆਪਣੇ ਆਪ ਨੂੰ ਵੀ ਪੁੱਛੋ ਕਿ ਜੋ ਰੈਜ਼ੋਲੂਸ਼ਨ ਹੈਗਾ ਮੇਰਾ, ਉਹਦਾ ਡੈਫੀਨੇਸ਼ਨ ਕੀ ਆ, ਮੇਰੇ ਅੰਦਰ ਉਹਦਾ ਡੈਫੀਨੇਸ਼ਨ ਕੀ ਆ। ਤੁਸੀਂ ਪਿਛਲੇ ਹਫਤੇ ਗੱਲ ਕੀਤੀ ਸੀ ਫਾਦਰ ਸਨ ਦੀ। ਹਾਂਜੀ, ਫਾਦਰ ਕਹਿ ਰਿਹਾ ਕਿ ਤੁਸੀਂ ਆਹ ਕੋਰਸ ਕਰਿਓ, ਤਾਂ ਬੇਟਾ ਕਹਿ ਰਿਹਾ ਕਿ ਨਹੀਂ ਮੈਂ ਗੇਮਿੰਗ ਦਾ ਕਰਨਾ, ਮੈਂ IT ਕਰਨੀ ਆ ਫॉर दैट ਰੀਜ਼ਨ। ਹਾਂਜੀ, ਤੇ ਉਹਨਾਂ ਦੇ ਵਿੱਚ ਆਪਸ ਵਿੱਚ ਕੌਨਫਲਿਕਟ ਹੋ ਗਈ ਤਾਂ ਬੇਟਾ ਮੁੜ ਕੇ ਖੁੱਲ ਕੇ ਉਸ ਬਾਰੇ ਗੱਲ ਨਹੀਂ ਕਰ ਰਿਹਾ। ਸਹੀ ਕਿਹਾ। ਲਿਆਓ ਹੁਣ ਦੇਖੋ ਕਿ ਜੇ ਦੋਏ ਪਾਰਟੀ ਬੈਠ ਕੇ ਉਹ ਆਪਣੇ ਅੰਦਰ ਸੋਚ ਰਹੇ ਆ ਕਿ ਰੈਜ਼ੋਲੂਸ਼ਨ, ਇਹਦੇ ਵਿੱਚ ਰੈਜ਼ੋਲੂਸ਼ਨ ਕੀ ਆ। ਫਾਦਰ ਦਾ ਰੈਜ਼ੋਲੂਸ਼ਨ ਹੈ ਕਿ ਜੋ ਮੈਂ ਕਹਿ ਰਿਹਾ ਮੁੰਡਾ ਉਹੀ ਕਰੇ, ਤਾਂ ਬੇਟਾ ਕਹਿ ਰਿਹਾ ਕਿ ਜੋ ਮੈਂ ਕਰਨਾ ਚਾਹੁੰਦਾ ਤਾਂ ਉਹੀ ਹੋਵੇ। ਉਹਦੇ ਵਿੱਚ ਰੈਜ਼ੋਲੂਸ਼ਨ ਨਹੀਂ ਹੈ। ਬਟ ਜਦੋਂ ਇਦਾਂ ਹੁੰਦਾ, ਹੁਣ ਫਰਜ਼ ਕਰੋ ਕਿ ਤੁਸੀਂ ਉਸੇ ਚੀਜ਼ ਤੇ ਬਹਿ ਗਏ ਫਿਰ ਇਦਾਂ ਹੀ ਹੋਣਾ ਪੈਣਾ 100%, ਫਿਰ ਤੁਸੀਂ ਰੈਜ਼ੋਲੂਸ਼ਨ ਲਈ ਤਿਆਰ ਨਹੀਂ ਹੈਗੇ। ਨਹੀਂ ਹੈਗੇ, ਐਗਰੀ। ਪਰ ਹੁਣ ਜਦੋਂ ਇੰਨੀ ਡਿਫਰੈਂਸ ਹੋ ਜਾਂਦੀ ਕਿ ਇਦਾਂ ਹੀ ਹੋਣਾ ਜਾਂ ਇਦਾਂ ਹੀ ਹੋਣਾ, ਇੱਕ ਹੋਰ ਤਰ੍ਹਾਂ ਦੀ ਰੈਜ਼ੋਲੂਸ਼ਨ ਹੁੰਦੀ ਹੈ, ਦੈਟਸ ਕਾਲਡ ਅਗਰੀ ਟੂ ਡਿਸਐਗਰੀ। ਯਾ, ਆਈ ਹਰਡ ਆਫ ਦਿਸ। ਐਂਡ ਜਿਹੜੀ ਅਗਰੀ ਟੂ ਡਿਸਐਗਰੀ ਹੁੰਦਾ ਹੈ, ਉਹਦਾ ਇਹ ਮਤਲਬ ਕਿ ਮੰਨ ਲਓ ਕਿ ਸਾਡੇ ਵਿੱਚ ਡਿਸਐਗਰੀਮੈਂਟ ਹੈਗੀ ਆ, ਕਿ ਸਾਡੀ ਸੋਚਣੀ ਇਸ ਚੀਜ਼ ਤੇ ਬਿਲਕੁਲ ਹੀ ਅਲੱਗ ਆ, ਤਾਂ ਸਾਡੀ ਇੱਕ ਰੈਜ਼ੋਲੂਸ਼ਨ ਇੱਥੇ ਨਹੀਂ ਹੋਣੀ ਹੈ। ਰੈਜ਼ੋਲੂਸ਼ਨ ਤੇ ਕਿਸੇ ਟੇਬਲ ਤੇ ਬੈਠਣ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛ ਲਿਓ ਕਿ ਕੀ ਇੱਕ ਰੈਜ਼ੋਲੂਸ਼ਨ ਇਹ ਹੋ ਸਕਦਾ that I can agree to disagree। ਜੇ ਤੁਸੀਂ ਉਹਦੇ ਲਈ ਨਹੀਂ ਤਿਆਰ ਹੈਗੇ ਤਾਂ ਤੁਸੀਂ ਉਸ ਕਨਵਰਸੇਸ਼ਨ ਲਈ, ਉਸ ਰੈਜ਼ੋਲੂਸ਼ਨ ਲਈ, ਉਸ ਟੇਬਲ ਤੇ ਬੈਠਣ ਲਈ ਤਿਆਰ ਨਹੀਂ ਹੈਗੇ, ਭਾਵੇਂ ਅੰਦਰੋਂ ਜਿੰਨਾ ਮਰਜ਼ੀ ਔਖਾ ਹੈ। ਤਾਂ ਜੇ ਉਹ ਰਿਸ਼ਤਾ ਤੁਹਾਡੇ ਲਈ ਇੰਪੋਰਟੈਂਟ ਹੈ, ਤੁਸੀਂ ਉਸ ਰਿਸ਼ਤੇ ਦੀ ਅਹਿਮੀਅਤ ਕਰਦੇ ਆ, ਤਾਂ ਫਿਰ ਤੁਸੀਂ ਉਸ ਰਿਸ਼ਤੇ ਨੂੰ ਇਸ ਵੇਲੇ ਟੇਬਲ ਤੇ ਨਾ ਲਿਆਵੋ, ਕਰਕੇ ਉਸ ਰਿਸ਼ਤੇ ਤੇ ਮਾੜਾ ਅਸਰ ਪਾਓ। ਜੇ ਤੁਸੀਂ ਨਹੀਂ ਤਿਆਰ ਹੈਗੇ ਫਿਰ ਉਹ ਕੌਨਫਲਿਕਟ ਜਿਹੜਾ ਉਹ ਵੱਧ ਜਾਂਦਾ। ਪਰ ਤੁਸੀਂ ਇਨਸਟੈਡ ਪਿਛਲੇ ਹਫਤੇ ਦੀ ਵੀਡੀਓ ਦੇਖਿਓ, ਕਾਰਨ ਦੱਸ ਦਿਓ ਕਿ ਮੈਂ ਇਸ ਗੱਲ ਲਈ ਕਾਹਤੋਂ ਨਹੀਂ ਤਿਆਰ ਹੈ। ਸੋ ਫਰਜ਼ ਕਰੋ ਅਗੇਨ ਬੇਟੇ ਦੀ, ਤਾਂ ਫਾਦਰ ਸਨ ਦੀ ਅਸੀਂ ਗੱਲ ਕਰ ਰਹੇ ਹਾਂ। ਫਾਦਰ ਨੂੰ ਅੰਦਰੋਂ ਜਦੋਂ ਉਹਨੇ ਆਪਣੇ ਆਪ ਨੂੰ ਪਰਖਿਆ, ਦੇਖਿਆ ਕਿ ਮੈਂ ਇਸ ਚੀਜ਼ ਲਈ, ਮੇਰੇ ਅੰਦਰ ਤਾਂ ਇੱਕੋ ਹੀ ਰੈਜ਼ੋਲੂਸ਼ਨ ਹੈ ਕਿ ਜੋ ਮੈਂ ਚਾਹੁੰਦਾ ਉੱਦਾਂ ਹੀ ਹੋਣਾ, ਇਹਦਾ ਮਤਲਬ ਮੈਂ ਇਸ ਟੇਬਲ ਤੇ ਬੈਠਣ ਲਈ ਤਿਆਰ ਹੀ ਨਹੀਂ ਹੈ। ਬਿਲਕੁਲ ਸਹੀ ਗੱਲ। ਉਸ ਫਾਦਰ ਨੂੰ ਜੇ ਉਸ ਰਿਸ਼ਤੇ ਦੀ ਅਹਿਮੀਅਤ ਹੈਗੀ ਆ, ਇੰਨੀ ਹਿੰਮਤ ਕਰੋ ਕਿ ਤੁਸੀਂ ਜਾ ਕੇ ਆਪਣੇ ਬੇਟੇ ਨੂੰ ਕਹੋ ਕਿ ਬੇਟਾ ਮੈਨੂੰ ਸਾਡੇ ਰਿਸ਼ਤੇ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਆ, ਮੇਰੇ ਅੰਦਰ ਰੈਜ਼ੋਲੂਸ਼ਨ ਜਾਂ ਤੇਰੀ ਪੂਰੀ ਗੱਲ ਸਮਝਣ ਦੀ ਜਾਂ ਐਕਸੈਪਟ ਵੀ ਕਰਨ ਦੀ ਮੇਰੇ ਵਿੱਚ ਉਹ ਹਿੰਮਤ ਜਾਂ ਮੇਰੇ ਵਿੱਚ ਉਹ ਹਜੇ ਐਬਿਲਿਟੀ ਨਹੀਂ ਹੈਗੀ। ਸੋ ਜਿਹੜੀ ਇਹ ਗੱਲ ਆ, ਅਸੀਂ ਥੋੜੇ ਚਿਰ ਲਈ ਜਾਂ ਜਿੰਨਾ ਸਮਾਂ ਸਾਨੂੰ ਲੱਗਦਾ, ਅਸੀਂ ਇਸ ਨੂੰ ਸ਼ੈਲਫ ਤੇ ਰੱਖ ਦਿੰਦੇ ਹਾਂ। ਜਦੋਂ ਆਪਾਂ ਦੋਏ ਤਿਆਰ ਹੋਵਾਂਗੇ, ਸ਼ੈਲਫ ਤੋਂ ਆਪਾਂ ਇਸ ਚੀਜ਼ ਨੂੰ ਕੱਢ ਕੇ ਟੇਬਲ ਤੇ ਰੱਖ ਲਵਾਂਗੇ, ਫਿਰ ਮੁੜ ਕੇ ਇਸ ਚੀਜ਼ ਬਾਰੇ ਆਪਾਂ ਗੱਲ ਕਰਾਂਗੇ। ਕਿ ਆਪਾਂ ਇੰਨੇ ਮੈਚੁਰ ਹੋ ਸਕਦੇ ਹਾਂ ਵੀ ਆਪਾਂ ਚੀਜ਼ਾਂ ਨੂੰ ਪਾਰਕ ਕਰ ਸਕੀਏ ਕੁਝ ਟਾਈਮ ਵਾਸਤੇ, ਦੁਬਾਰਾ ਰੀਬ੍ਰਿੰਗ ਕਰਕੇ ਉਹਦਾ ਰੈਜ਼ੋਲੂਸ਼ਨ ਕਰ ਸਕੀਏ। ਐਬਸੋਲੂਟਲੀ ਮੈਚੁਰਿਟੀ ਲਈ। ਪਰ ਸਭ ਤੋਂ ਔਖੀ ਚੀਜ਼ ਹੈ ਇੱਥੇ ਤੱਕ ਮੈਚੁਰਿਟੀ ਲਿਆਉਣ ਲਈ ਜਿਹੜੇ ਆਪਣੇ ਜਜ਼ਬਾਤ ਹੈ, ਆਪਣੀ ਮਾਨਸਿਕ ਸਿਹਤ ਹੈ, ਪਹਿਲਾਂ ਉਹਦਾ ਖਿਆਲ ਰੱਖੋ। ਜੇ ਤੁਹਾਡੇ ਜਜ਼ਬਾਤ ਤੁਹਾਨੂੰ ਚਲਾ ਰਹੇ ਆ ਕਿ ਮੈਂ ਅਨਕੰਫਰਟੇਬਲ ਆ, ਕਿ ਨਹੀਂ ਇੱਦਾਂ ਹੀ ਹੋਣਾ, ਮੈਂ ਦੁਨੀਆ ਤੋਂ ਡਰ ਰਿਹਾ, ਤੈਨੂੰ ਇੱਦਾਂ ਹੀ ਕਰਨਾ ਪੈਣਾ, ਜਾਂ ਇਸ ਚੀਜ਼ ਦੇ ਵਿੱਚ ਕੋਈ ਜੌਬ ਹੀ ਨਹੀਂ ਹੈ, ਮੈਂ ਡਰ ਰਿਹਾ ਤੇਰੇ ਕਰਕੇ, ਉਸ ਡਰ ਕਰਕੇ ਮੈਂ ਇਸ ਚੀਜ਼ ਦਾ ਆਹ ਰੈਜ਼ੋਲੂਸ਼ਨ ਚਾਹੁੰਦਾ, ਇਹਦਾ ਮਤਲਬ ਜਿਹੜਾ ਤੁਹਾਡਾ ਰਿਸ਼ਤਾ ਤੁਹਾਡੇ ਜਜ਼ਬਾਤਾਂ ਨਾਲ ਆ, ਤੁਹਾਡਾ ਨਹੀਂ ਕੰਟਰੋਲ ਹੈ, ਜਜ਼ਬਾਤਾਂ ਦਾ ਕੰਟਰੋਲ ਆ। ਮੈਂ ਕਿੱਥੇ ਇੱਕ ਆਰਟੀਕਲ ਪੜ੍ਹਿਆ ਸੀਗਾ, ਉਹ ਕਹਿੰਦੇ ਜਿਵੇਂ ਪ੍ਰਾਇੋਰਟਾਈਜ਼ ਕਰਦੇ ਆ, ਆਪਾਂ ਨੂੰ ਪਤਾ ਹੈ ਮੈਂ ਕੰਮ ਤੇ ਜਾਵਾਂਗਾ ਤੇ ਮੇਰੇ ਬੌਸ ਨੇ ਮੇਰੀ ਚੰਗੀ ਤਰ੍ਹਾਂ ਝੰਡ ਲਾਣੀ ਹੈ, ਮੇਰੀ ਬੇਇੱਜ਼ਤੀ ਕਰਨੀ ਹੈ, ਮੈਂ ਮੈਂਟਲੀ ਪ੍ਰੀਪੇਅਰ ਹੋ ਕੇ ਜਾਣਾ ਵੀ ਅੱਜ ਮੇਰੀ ਬੇਇੱਜ਼ਤੀ ਕਰੇਗਾ। ਕਿਉਂ? ਕਿਉਂਕਿ ਮੇਰੇ ਬੱਚੇ ਦੀ ਫੀਸ ਭਰਨੀ, ਮੈਨੂੰ ਤਨਖਾਹ ਚਾਹੀਦੀ ਹੈ। ਮੈਂ ਜਦੋਂ ਆਰਟੀਕਲ ਪੜ੍ਹਿਆ ਨਾ, ਉਹ ਆਰਟੀਕਲ ਨੇ ਸਮਝਾਇਆ, ਮੈਨੂੰ ਪਤਾ ਹੈ ਮੈਂ ਜਾ ਕੇ ਉੱਥੇ ਅਬਿਊਜ਼ ਹੋਣਾ ਹੈ, ਉਹਨੇ ਮੈਨੂੰ ਹਰਾਸ ਕਰਨਾ ਹੈ, ਪਰ ਮੈਂ ਗਿਆ ਕਿਉਂਕਿ ਮੈਨੂੰ ਪ੍ਰਾਇੋਰਟੀ ਪਤਾ, ਮੈਂ ਬੱਚੇ ਦੀ ਫੀਸ ਭਰਨੀ ਹੈ। ਬੇਇੱਜ਼ਤੀ ਨੂੰ ਝੱਲਣ ਨੂੰ ਤਿਆਰ ਹੋ ਗਏ ਹੈ। ਆਮ ਜ਼ਿੰਦਗੀ 'ਚ ਆਪਾਂ ਦੀ ਬੇਇੱਜ਼ਤੀ ਨਹੀਂ ਚੱਲਣਾ ਚਾਹੁੰਦੇ, ਬਟ ਇੱਥੇ ਉਹਨੇ ਬੰਦੇ ਨੇ ਪ੍ਰਾਇੋਰਟੀ ਦੇਖੀ, ਮੇਰੇ ਵਾਸਤੇ ਮੇਰੇ ਬੱਚੇ ਦੀ ਫੀਸ ਇੰਪੋਰਟੈਂਟ ਹੈ। ਰਮਨ ਜੀ ਜੋ ਕਹਿੰਦਾ ਮੈਚੁਰਿਟੀ ਲੈਵਲ, ਉਹ ਬਹੁਤ ਇੰਪੋਰਟੈਂਟ ਹੁੰਦਾ ਹੈ। ਜੇ ਆਪਾਂ ਥੋੜਾ ਜਿਹਾ ਮੈਚੁਰਿਟੀ ਨਾਲ ਸੋਚ ਲਾਂਗੇ ਨਾ, ਉਹ ਮੈਂ ਕਿਤਾਬ 'ਚ ਪੜ੍ਹਿਆ ਸੀਗਾ, 1 ਮਿੰਟ ਦਾ ਐਂਗਰ ਜੇ ਆਪਾਂ ਰੋਕ ਲਈਏ ਨਾ, ਤਾਂ ਸਿੱਧਾ ਸਾਰੀ ਜ਼ਿੰਦਗੀ ਦਾ ਰਿਗਰੇਟ ਬਚਾ ਸਕਦੇ ਹਾਂ।
ਤਾਂ ਅਸੀਂ ਇੱਥੇ ਇਮੋਸ਼ਨਲ ਮੈਚੁਰਿਟੀ ਦੀ ਗੱਲ ਕਰ ਰਹੇ ਹਾਂ, ਬਹੁਤ ਵੱਡੀ ਗੱਲ ਹੈ ਜੀ। ਰਾਈਟ। ਇਮੋਸ਼ਨਲ ਮੈਚੁਰਿਟੀ ਦੀ ਗੱਲ ਕਰ ਰਹੇ ਤਾਂ ਆਮ ਤੌਰ ਤੇ ਨਾਟ ਓਨਲੀ ਕਿ ਸਾਡੇ ਕਲਚਰ ਦੇ ਵਿੱਚ ਪਰ ਹਰੇਕ ਕਲਚਰ ਦੇ ਵਿੱਚ ਅਸੀਂ ਇਮੋਸ਼ਨਲ ਮੈਚੁਰਿਟੀ ਨੂੰ ਨਹੀਂ ਪਾਲ ਰਹੇ, ਅਸੀਂ ਇਮੋਸ਼ਨਲ ਮੈਚੁਰਿਟੀ ਨੂੰ ਨਹੀਂ ਫੋਸਟਰ ਕਰ ਰਹੇ। ਆਪਾਂ ਫੋਸਟਰ ਕੀ ਕਰ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਦੇ ਨਾਲ ਦਿਮਾਗ ਚੱਲਦਾ, ਪੈਸੇ ਬਣਦੇ, ਪਰ ਇਨ ਐਕਚੁਅਲਿਟੀ ਜਿੰਨਾ ਆਪਾਂ ਆਪਣੀ ਇਮੋਸ਼ਨਲ ਮੈਚੁਰਿਟੀ ਨੂੰ ਵਧਾਉਂਦੇ ਆ, ਮਾਨਸਿਕ ਸਿਹਤ ਦਾ ਖਿਆਲ ਰੱਖਦੇ ਆ, ਉਨੀ ਸਾਡੀ ਬਾਕੀ ਜਿੰਨੇ ਕੰਮ ਆ ਉਨੇ ਜ਼ਿਆਦਾ ਸਕਸੈਸਫੁਲ ਹੁੰਦੇ ਆ। ਪਰ ਅਸੀਂ ਇਸ ਚੀਜ਼ ਨੂੰ ਪ੍ਰਾਇੋਰਟੀ ਨਹੀਂ ਦਿੰਦੇ ਹੈਗੇ। ਸੋ ਪਹਿਲਾਂ ਆਪਣੇ ਆਪ 'ਚ ਦੇਖੋ ਕਿ ਮੇਰੀ ਇਮੋਸ਼ਨਲ ਮੈਚੁਰਿਟੀ ਕਿਸ ਲੈਵਲ ਤੇ ਆ, ਕੀ ਮੇਰੇ ਜਜ਼ਬਾਤ ਐਸ ਕੌਨਫਲਿਕਟ ਤੇ ਲੈ ਕੇ ਕਿਹੜੇ ਜਜ਼ਬਾਤ ਮੈਨੂੰ ਇਸ ਟਾਈਮ ਕੰਟਰੋਲ ਕਰ ਰਹੇ ਆ, ਕੀ ਡਰ ਆ, ਕੀ ਗੁੱਸਾ ਆ। ਤਾਂ ਜੇ ਗੁੱਸਾ ਵੀ ਆ, ਉਸ ਗੁੱਸੇ ਦੇ ਥੱਲੇ ਹੋਰ ਕੁਛ ਹੋਣਾ। ਗੁੱਸਾ ਸਰਫੇਸ ਲੈਵਲ ਇਮੋਸ਼ਨ ਹੈਗਾ, ਉਹਦੇ ਥੱਲੇ ਕਈ ਕੁਝ ਹੋਰ ਚੀਜ਼ਾਂ ਹੁੰਦੀਆਂ। ਡਰ ਵੀ ਹੋ ਸਕਦਾ, ਦੁੱਖ ਵੀ ਹੋ ਸਕਦਾ, ਇਹ ਵੀ ਹੋ ਸਕਦਾ ਕਿ ਜੇ ਮੋਰਲਾ ਬੰਦਾ ਮੇਰੀ ਗੱਲ ਨਹੀਂ ਮੰਨ ਰਿਹਾ, ਇਹਦਾ ਮਤਲਬ ਮੈਨੂੰ ਰਿਸਪੈਕਟ ਨਹੀਂ ਕਰਦਾ, ਸਾਡੀ ਬਲੀਫ ਤੇ ਆ ਜਾਂਦਾ। ਇਹ ਸਾਰੀਆਂ ਚੀਜ਼ਾਂ ਪਹਿਲਾਂ ਆਪਣੇ ਆਪ ਨੂੰ ਤੁਸੀਂ ਦੇਖੋ। ਐਂਡ ਜਿਹੜੇ ਰਿਲੇਸ਼ਨਸ਼ਿਪ ਕੌਨਫਲਿਕਟ ਹੈ, ਇੱਕ ਚੀਜ਼ ਮੈਂ ਕਹਿਣਾ ਚਾਹੁੰਦੀ ਬਿਫੋਰ ਵੀ ਫਿਨਿਸ਼ ਫॉर ਟੁਡੇ, ਜਿਹੜਾ ਰਿਲੇਸ਼ਨਸ਼ਿਪ ਕੌਨਫਲਿਕਟ ਹੈ ਇਹ ਨਾਰਮਲ ਹੈ। ਹਾਂਜੀ, ਇਹ ਹਰੇਕ ਰਿਸ਼ਤੇ 'ਚ ਹੈ। ਇੰਨੇ ਰਿਸ਼ਤੇ ਕੇ ਦਰਾਣੀ ਦੀ ਭਾਬੀ ਨਾਲ ਨਹੀਂ ਬਣਦੀ, ਭਾਬੀ ਦੀ ਜਠਾਣੀ ਨਾਲ ਨਹੀਂ ਬਣਦੀ, ਦਿਓਰ ਦੀ ਭਾਬੀ ਨਾਲ ਨਹੀਂ ਬਣਦੀ, ਹਸਬੈਂਡ ਵਾਈਫ, ਫਾਦਰ ਸਨ, ਐਵਰੀਵੇਅਰ, ਫਰੈਂਡਸ਼ਿਪਸ, ਕੰਮ ਤੇ, ਜਿੱਥੇ ਮਰਜੀ ਤੁਸੀਂ, ਸਾਰੀਆਂ ਚੀਜ਼ਾਂ ਦੇ ਨਾਲ ਰਿਸ਼ਤੇ, ਨਾਟ ਜਸਟ ਇਨਸਾਨਾਂ ਦੇ ਨਾਲ। ਨਾ ਤੁਸੀਂ ਇਹਦੇ ਕੁੱਤੇ ਨਾਲ, ਪੈਟਸ ਨਾਲ ਰਿਲੇਸ਼ਨਸ਼ਿਪ ਹੈ, ਉੱਥੇ ਜੋ ਕਨਫਲਿਕਟ ਹੁੰਦਾ ਹੈ ਸਾਡੇ ਆਪਣੇ ਆਪ ਦੇ ਨਾਲ ਵੀ, ਉਹ ਤਾਂ ਸਭ ਤੋਂ ਵੱਡਾ ਹੈ ਜੀ। ਸਾਡੇ ਸੋਚਾਂ ਦੇ ਨਾਲ, ਸਾਡੇ ਜਜ਼ਬਾਤਾਂ ਦੇ ਨਾਲ, ਸਾਡੇ ਐਕਸ਼ਨ ਦੇ ਨਾਲ। ਕੀ ਮੇਰੇ ਵੈਲਿਊ ਜਿਹੜੇ ਹੈਗੇ ਆ, ਜਿਹੜੇ ਮੇਰੇ ਐਕਸ਼ਨ ਆ ਮੇਰੇ ਵੈਲਿਊ ਦੇ ਨਾਲ ਚੱਲ ਰਹੇ ਆ ਜਾਂ ਅਲੱਗ ਗਿਆ? ਜੇ ਅਲੱਗ ਗਿਆ ਤਾਂ ਉੱਥੇ ਵੀ ਰਿਲੇਸ਼ਨਸ਼ਿਪ ਕੌਨਫਲਿਕਟ ਪੈ ਗਿਆ। ਬਿਲਕੁਲ ਸਹੀ ਗੱਲ। ਸੋ ਹਾਊ ਡੂ ਵੀ ਬ੍ਰਿੰਗ ਦੈਟ ਟੂ ਅਲਾਈਨਮੈਂਟ? ਬਟ ਜਿਹੜੀ ਰਿਲੇਸ਼ਨਸ਼ਿਪ ਕੌਨਫਲਿਕਟ ਹੈ, ਸਾਨੂੰ ਇਹ ਮੰਨਣਾ ਪੈਣਾ ਕਿ ਜਿਹੜਾ ਇਹ ਕੌਨਫਲਿਕਟ ਹੈ ਇਟਸ ਨਾਰਮਲ। ਦੂਜੀ ਚੀਜ਼ ਹੈ, ਇਫ ਐਜ਼ ਅ ਕਮਿਊਨਿਟੀ ਔਰ ਈਵਨ ਐਜ਼ ਐਨ ਇੰਡੀਵਿਜੂਅਲ ਆਪਾਂ ਮੰਨ ਸਕਦੇ, ਪਹਿਲਾਂ ਕਮਿਊਨਿਟੀ ਵੀ ਇੰਡੀਵਿਜੂਅਲ ਤੋਂ ਸ਼ੁਰੂ ਹੁੰਦੀ ਹੈ। ਸਹੀ ਗੱਲ ਹੈ। ਆਪਾਂ ਇਹ 3-4 ਚੀਜ਼ਾਂ ਮੰਨ ਲਈ। ਇੱਕ ਤਾਂ ਕੌਨਫਲਿਕਟ ਨਾਰਮਲ ਹੈ। ਦੂਜੀ ਚੀਜ਼ ਹੈਗੀ ਆ ਕਿ ਜਿਹੜਾ ਵੀ ਕੌਨਫਲਿਕਟ ਹੈ ਪਹਿਲਾਂ ਆਪਣੇ ਆਪ ਨੂੰ ਸਮਝੋ, ਫਿਰ ਤਿਆਰ ਹੋਵੋ ਦੂਜੇ ਬੰਦੇ ਨੂੰ ਸਮਝਣ ਲਈ। ਠੀਕ ਹੈ। ਤੀਜੀ ਗੱਲ ਇਹ ਹੈਗੀ ਆ ਕਿ ਤੁਸੀਂ ਜਿਹੜੀ ਵੀ ਗੱਲ ਕਰਨੀ ਆ ਆਪਣੇ ਆਪ ਨਾਲ ਵੀ ਤਾਂ ਦੂਜੇ ਬੰਦੇ ਨਾਲ ਵੀ, ਪਿਆਰ ਨਾ ਕਰੋ, ਰਿਸਪੈਕਟ ਨਾ ਕਰੋ। ਜੇ ਪਿਆਰ ਨਾਲ ਵੀ ਨਹੀਂ ਹੁੰਦੀ, ਰਿਸਪੈਕਟ ਨਾ ਕਰੋ। ਦੈਟਸ ਇੰਪੋਰਟੈਂਟ। ਉਹ ਜਿਹੜਾ ਅੰਦਰਲਾ ਵੀ ਰਿਸ਼ਤਾ ਤੁਹਾਡੇ ਨਾਲ, ਜਿਹੜਾ ਤੁਹਾਡੀ ਸੋਚਾਂ ਆਪਣੇ ਆਪ ਲਈ ਵੀ ਹੈ, ਉਹਨੂੰ ਵੀ ਦੇਖੋ ਕਿ ਇਹ ਰਿਸਪੈਕਟਫੁਲ ਹੈ ਜਾਂ ਨਹੀਂ ਰਿਸਪੈਕਟਫੁਲ। ਕਰਕੇ ਜੇ ਆਪਣੇ ਲਈ ਨਹੀਂ ਹੈ, ਦੂਜਿਆਂ ਲਈ ਵੀ ਬੜੀ ਔਖੀ ਹੋ ਜਾਂਦੀ ਹੈ। ਐਂਡ ਇੱਕ ਹੋਰ ਗੱਲ, ਜੇ ਤੁਹਾਨੂੰ ਲੱਗਦਾ ਹੈ ਨਾ ਕਿ ਮੇਰੇ ਤੋਂ ਨਹੀਂ ਉਸ ਟੇਬਲ ਤੇ ਬੈਠ ਹੋਣਾ ਟੂ ਅੰਡਰਸਟੈਂਡ, ਜਾਂ ਜਿਹੜੇ ਮੇਰੇ ਜਜ਼ਬਾਤ ਆ ਮੈਨੂੰ ਦੱਸਦੇ ਤਾਂ ਹੈ ਪਰ ਉਹਦੇ ਨਾਲ ਮੇਰਾ ਆਪਣਾ ਰਿਸ਼ਤਾ ਜਿਹੜਾ ਬੜਾ ਇੰਨਾ ਔਖਾ ਕਿ ਮੈਂ ਨਹੀਂ ਚੇਂਜ ਹੋ ਰਿਹਾ, ਤਾਂ ਤੁਸੀਂ ਉਹਦੇ ਲਈ ਵੀ ਹੈਲਪ ਲਵੋ। ਕਰਕੇ ਉਹ ਜਿਹੜਾ ਤੁਹਾਡੇ ਜੇ ਬੇਟੇ ਨਾਲ ਜਾਂ ਫਰੈਂਡਸ਼ਿਪ ਜੇ ਉਹ ਰਿਸ਼ਤਾ ਤੁਹਾਡੇ ਲਈ ਇੰਪੋਰਟੈਂਟ ਹੈ, ਤੁਸੀਂ ਉਸ ਕੌਨਫਲਿਕਟ ਨੂੰ ਪਹਿਲਾਂ ਨਾ ਰਿਜ਼ੋਲਵ ਕਰੋ, ਪਹਿਲਾਂ ਆਪਣੇ ਆਪ ਨਾਲ ਕਰੋ। ਸੋ ਗੈਟ ਹੈਲਪ। ਦੈਟ ਕੁਡ ਬੀ ਕਿ ਤੁਸੀਂ ਆਪਣੇ ਫਰੈਂਡ ਨਾਲ ਕੋਈ ਗੱਲ ਕਰੋ ਜਿਹੜੇ 'ਚ ਤੁਹਾਨੂੰ ਲੱਗਦਾ ਕਿ ਇਸ ਬੰਦੇ 'ਚ ਇਮੋਸ਼ਨਲ ਮੈਚੁਰਿਟੀ ਹੈਗੀ ਆ। ਵੈਰੀ ਇੰਪੋਰਟੈਂਟ। ਵੈਰੀ ਇੰਪੋਰਟੈਂਟ ਕਿ ਜੇ ਤੁਸੀਂ ਸਾਰਿਆਂ ਨਾਲ ਗੱਲ ਕਰੋਗੇ, ਸ਼ਾਇਦ ਉਹਨਾਂ ਦੇ ਵਿੱਚ ਉਹ ਇਮੋਸ਼ਨਲ ਮੈਚੁਰਿਟੀ ਨਹੀਂ ਹੋਊਗੀ, ਤਾਂ ਫਿਰ ਉਹਨਾਂ ਦੀ ਸਲਾਹ ਵੀ ਤੁਹਾਨੂੰ ਉਹੀ ਦੇਣੀ ਹੈ। ਉਹਨਾਂ ਦੇ ਅੰਦਰ ਜਿਹੜੇ ਉਹਨਾਂ ਦੇ ਜਜ਼ਬਾਤ ਆ, ਉਹ ਉਹਨਾਂ ਨੇ ਕੰਟਰੋਲ ਕਰਨਾ ਉਸ ਗੱਲ ਨੂੰ। ਸੋ ਜਿਹਦੇ ਵਿੱਚ ਇਮੋਸ਼ਨਲ ਮੈਚੁਰਿਟੀ ਹੈਗੀ, ਤੁਸੀਂ ਉਹਦੀ ਜਾ ਕੇ ਸਲਾਹ ਲਵੋ, ਜਾਂ ਉਹਦੀ ਜਾ ਕੇ ਸਪੋਰਟ ਲਵੋ। ਮੇਬੀ ਤੁਸੀਂ ਆਪਣੇ ਡਾਕਟਰ ਨਾਲ ਜਾਂ ਕਾਉਂਸਲਰ ਨਾਲ ਕਿ ਕਿਸੇ ਪ੍ਰੋਫੈਸ਼ਨਲ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ। ਪਰ ਸਭ ਤੋਂ ਪਹਿਲਾਂ ਜਿਹੜਾ ਆਪਣਾ ਰਿਸ਼ਤਾ ਆਪਣੇ ਆਪ ਨਾਲ, ਉਸ ਕੌਨਫਲਿਕਟ ਨੂੰ ਰਿਜ਼ੋਲਵ ਕਰੋ, ਫਿਰ ਦੂਜੇ ਟੇਬਲ ਤੇ ਜਾ ਕੇ ਬੈਠਿਓ। ਜਿਹੜਾ ਰਿਸ਼ਤਾ ਤੁਹਾਨੂੰ ਇੰਪੋਰਟੈਂਟ ਹੈ ਉਹਨੂੰ ਪ੍ਰੀਜ਼ਰਵ ਕਰੋ, ਉਹਨੂੰ ਸੇਫ ਰੱਖੋ ਜਦ ਤੱਕ ਤੁਸੀਂ ਤਿਆਰ ਨਹੀਂ ਹੈ ਉਸ ਨੂੰ ਰਿਜ਼ੋਲਵ ਕਰਨ ਲਈ। ਉਹ ਤੁਹਾਡੀ ਗੱਲ ਰਮਨ ਜੀ, ਜਿੱਦੀ ਗੱਲ ਕੀ ਹੈ ਨਾ, ਪਹਿਲੇ ਆਦੇ ਨਾਲ ਸਮਝੌਤਾ ਕਰੋ, ਫਿਰ ਕਿਸੇ ਹੋਰ ਨਾਲ ਸਮਝੌਤਾ ਕਰੋ। ਪਹਿਲੇ ਆਦੇ ਨੂੰ ਸਮਝਾਓ ਵੀ ਮੈਂ ਸਹੀ ਦਿਸ਼ਾ 'ਚ ਚੱਲ ਰਿਹਾ। ਜੇ ਹਰ ਬੰਦਾ ਇਹ ਮੰਨ ਜਾਵੇ ਨਾ, ਮੇਰਾ ਇਹ ਮੰਨਣਾ ਰਮਨ ਜੀ, ਆਪਾਂ ਇਸ ਚੀਜ਼ ਨੂੰ ਰੋਕ ਸਕਦੇ ਹਾਂ ਕਾਫੀ ਹੱਦ ਤੱਕ। ਬਟ ਮੈਨੂੰ ਨਹੀਂ ਪਤਾ ਕਿੰਨੇ ਲੋਕਾਂ 'ਚ ਇਮੋਸ਼ਨਲ ਮੈਚੁਰਿਟੀ ਹੈਗੀ ਹੈ ਤੇ ਇਹਦੇ ਵਾਸਤੇ ਕੀ ਕਲਾਸਿਸ ਉਹ ਲੈ ਸਕਦੇ ਹੈ, ਕਿੱਥੇ ਪੜ੍ਹ ਸਕਦੇ ਹੈ। ਪਰ ਇੱਕ ਚੀਜ਼ ਨਾ ਇੱਕ ਵਾਰੀ ਮੇਰੇ ਕਹਿਣ ਦੇ ਉੱਤੇ ਸੋਚਣਾ ਜ਼ਰੂਰ, ਆਦੇ ਮੂੰਹ ਤੋਂ ਸ਼ਬਦ ਕੱਢਣ ਤੋਂ ਪਹਿਲਾਂ ਨਾ ਇੱਕ ਵਾਰੀ ਉਹਨੂੰ ਚੈੱਕ ਕਰ ਲਓ ਵੀ ਸ਼ਬਦ ਸਹੀ ਹੈ ਕਿ ਨਹੀਂ ਹੈ। ਦੋ ਤਰ੍ਹਾਂ ਦੇ ਲੋਕ ਹੁੰਦੇ ਦੁਨੀਆ 'ਚ। ਇੱਕ ਤੁਸੀਂ ਉਹਦੇ ਵਾਸਤੇ ਜਾਨ ਵੀ ਦੇ ਦਿਓ, ਉਹਨੂੰ ਤੁਹਾਡੇ ਸ਼ਬਦ ਤੇ ਯਕੀਨ ਨਹੀਂ ਕਰਨਾ। ਦੂਜੇ ਉਹ
ਵੀ ਤੁਸੀਂ ਦਿਲੋਂ ਕਹਿਣਾ ਵੀ ਨਹੀਂ, ਉਹਨੇ ਤੁਹਾਡੇ ਸ਼ਬਦਾਂ ਨੂੰ ਮੰਨ ਲੈਣਾ। ਤਾਂ ਕਨਫਲਿਕਟ ਉੱਥੇ ਹੋਊਗਾ ਜਿੱਥੇ ਰਿਲੇਸ਼ਨਸ਼ਿਪ ਹੋਣਗੇ। ਮੈਂ ਬੜੀ ਚੀਜ਼ ਨੂੰ ਗੌਰ ਕੀਤੀ, ਇਮੋਸ਼ਨਲ ਕਨੈਕਸ਼ਨ, ਇਮੋਸ਼ਨਲ ਅਬਿਊਜ਼, ਰਿਲੇਸ਼ਨਸ਼ਿਪ ਕਨਫਲਿਕਟ, ਯਾਨੀ ਕਿ ਜਿੱਥੇ ਆਦਾਪਨ ਨਾ ਉੱਥੇ ਆਪਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ। ਦੁਸ਼ਮਣਾਂ ਦਾ ਜਿੱਥੇ ਮਰਜ਼ੀ ਲੜ ਲਾਂਗੇ, ਦੋ ਉਹਨਾਂ ਨੇ ਚਪੇੜਾ ਮਾਰੀਆਂ, ਦੋ ਅਸੀਂ ਮਾਰ ਲਈਆਂ, ਕੋਈ ਫਰਕ ਨਹੀਂ ਪੈਂਦਾ। ਜਿੱਥੇ ਆਦੇ ਹੁੰਦੇ ਆ ਨਾ ਉੱਥੇ ਸ਼ਬਦ ਵੀ ਬਹੁਤ ਔਖੇ ਵੱਜਦੇ ਨੇ। ਤਾਂ ਮਾੜਾ ਜਿਹਾ ਮਿਲ ਕੇ ਕੰਮ ਕਰਦੇ ਆ, ਇਮੋਸ਼ਨਲ ਮੈਚੁਰਿਟੀ ਲਿਆਉਂਦੇ ਆ। ਤੇ ਜਿਵੇਂ ਪਿਛਲੇ ਆਪਾਂ ਗੱਲ ਕੀਤੀ ਸੀ, ਇੱਕ ਨੈਤਿਕ ਜ਼ਿੰਮੇਵਾਰੀ ਹੈ, ਆਪਾਂ ਦੱਸ ਕੇ ਦੂਰ ਚਲੇ ਜਾਵਾਂਗੇ, ਕੋਈ ਡਰ ਨਹੀਂ। ਤੇ ਯਾਦ ਰੱਖਿਓ, ਇਹ ਮੈਂ ਤੁਹਾਨੂੰ ਵਾਰੀ ਯਾਦ ਦਿੰਦਵਾ ਰਿਹਾ ਵੀ ਤੁਸੀਂ ਆਹ ਕੰਮ ਕਰਨਾ ਹੈ, ਲੇਕਿਨ 2 ਲੱਖ ਲੋਕ, 2 ਮਿਲੀਅਨ ਲੋਕੀ ਫੇਰੇ ਲੈ ਕੇ ਵੀ ਅੱਡ ਅੱਡ ਰਹਿ ਰਹੇ ਆ। ਤੇ ਇੱਥੇ ਦਾ ਰਿਸ਼ਤਾ ਹੀ ਪਿਆਰ ਦਾ ਹੈਗਾ। ਤਾਂ ਚਲੋ ਇੱਕ ਚੰਗਾ ਸਮਾਜ ਬਣਾਉਂਦੇ ਆ, ਲੋਕਾਂ ਨੂੰ ਸਮਝਾਉਂਦੇ ਆ ਦਿਲ ਦੀਆਂ ਗੱਲਾਂ। ਰਮਨ ਜੀ, ਆਪਾਂ ਕੀ ਕਹਿੰਦੇ ਆ, ਮਨ ਮੇਂ ਭਰ ਕਰ ਮਤ ਜੀਏ, मन भर कर जिए। थैंक यू वेरी मच।